ਸੁਵਿਧਾ ਸੈਂਟਰ ਗਵਰਨਮੈਂਟ ਆਫ ਇੰਡੀਆ ਦੇ ਹੈ 10+2 ਬੱਚੇ ਨੂੰ ਇੱਕ ਨੂੰ ਨੌਕਰੀ ਮਿਲ ਗਈ, ਉਹਨੂੰ ਕਮਿਸ਼ਨ ਮਿਲਦੀ ਹੈ, ਇਹਨਾਂ ਨੂੰ ਕਮਿਸ਼ਨ ਮਿਲਦੀ ਹੈ, ਵਿੱਚ ਜਿਹੜਾ ਘਰ ਚਲਾਉਂਦੇ ਆ, ਜਿਹੜਾ ਕਹਿੰਦੇ ਆ ਮੈਂ ਚਰਬੀ ਦਾ ਦੀਵਾ ਚਲਾਨਾ ਹੈ, ਚਰਬੀ ਤਾਂ ਤੁਸੀਂ ਲੋਕਾਂ ਦੀ ਖੋਰ ਖਾ ਗਏ। ਜਿਹੜਾ ਹਲਕਾ ਇੰਚਾਰਜ ਹੈ, ਜਿਹੜਾ ਰੂਲਿੰਗ ਪਾਰਟੀ ਦਾ ਮੈਂਬਰ ਹੈ, ਮੈਨੂੰ ਦੱਸੋ ਤੁਸੀਂ ਆਤਮ ਨਗਰ ਦਾ ਕਿਹੜਾ ਮੁੱਦਾ ਚੁੱਕਿਆ? ਇਹ ਕਹਿੰਦੇ ਜੀ ਮੈਂ ਗਟਕਰੀ ਸਾਹਿਬ ਨੂੰ ਚਿੱਠੀ ਲਿਖਤੀ। ਜੇ ਚਿੱਠੀਆਂ ਨਾਲ ਕੰਮ ਹੁੰਦੇ ਹੋਣ ਤਾਂ ਐਮਐਲਏ ਸਾਹਿਬ ਤੁਹਾਡਾ ਕਰਨਾ ਕੀ ਹੈ? ਸਵਾਲ ਇਹ ਹੈ ਕਿ ਕੰਮ ਨੂੰ ਸਹੀ ਢੰਗ ਦੇ ਨਾਲ ਫੋਲੋ ਕਰਨਾ, ਕੰਮ ਕਰਾਉਣਾ। ਤੁਸੀਂ ਅੱਜ ਤੱਕ ਅਸੈਂਬਲੀ 'ਚ ਕਿਹੜੀ ਗੱਲ ਆਤਮ ਨਗਰ ਦੀ ਚੱਕੀ? ਬਜਟ ਡਿਬੇਟਸ ਦੇ ਵਿੱਚ ਹਿੱਸਾ ਲੈ ਚੁੱਕੇ ਹੋ, ਤੁਹਾਨੂੰ ਸਮਾਂ ਮਿਲਦਾ ਤੁਹਾਡੀ ਪਾਰਟੀ ਨੂੰ। ਤੁਸੀਂ ਆਤਮ ਨਗਰ ਲਈ ਦੱਸੋ ਕਿਹੜਾ ਵਿਸ਼ੇਸ਼ ਪੈਕੇਜ ਮੰਗਿਆ? ਤੁਸੀਂ ਆਤਮ ਨਗਰ ਦੀ ਇੰਡਸਟਰੀ ਨੂੰ ਕਲਸਟਰ ਡਿਕਲੇਅਰ ਕਰਨ ਲਈ ਦੱਸੋ ਕਦ ਗੱਲ ਕੀਤੀ? ਤੁਸੀਂ ਐਲੀਵੇਟਡ ਰੋਡ ਬਣਾਉਣ ਲਈ ਕਦ ਰੌਲਾ ਪਾਇਆ? ਤੁਸੀਂ ਬਿਜਲੀ ਚੋਰੀ ਕਰ ਕਰਕੇ ਆਪਣੀਆਂ ਫੈਕਟਰੀਆਂ ਚਲਾਈ ਜਾਂਦੇ ਹੋ। ਇਹ ਬਿਜਲੀ ਦੇ ਪੈਸੇ ਲੋਕਾਂ ਨੂੰ ਕਹਿਣਾ ਤੁਸੀਂ ਦਿੰਦੇ ਹੋ। ਜਿਹੜੀ ਬਿਜਲੀ ਲੱਖ ਰੁਪਏ ਮਹੀਨੇ ਦੀ ਚੋਰੀ ਕਰਦੇ ਆ ਨਾ ਐਮਐਲਏ ਵਰਗੇ ਬੰਦੇ ਜਾਂ ਲੋਕੀ ਕੁੰਡੀਆਂ ਲਾਉਂਦੇ ਆ, ਉਹ ਬਿੱਲ ਅਸੀਂ ਦਿੰਦੇ ਆ, ਤੁਸੀਂ ਦਿੰਦੇ ਹੋ। ਤੁਹਾਡੇ ਯੂਨਿਟ ਸਸਤੇ ਹੋ ਸਕਦੇ ਆ 25%, ਜੇ 27% ਟਰਾਂਸਮਿਸ਼ਨ ਲਾਸਿਸ ਖਤਮ ਕਰ ਦਿੱਤੇ ਜਾਣ। ਮੈਂ ਕੱਲ੍ਹ ਖੜਾ ਸੀ, ਇੱਕ ਬੋਰਡ ਲੱਗਿਆ ਹੋਇਆ ਸੀ ਇੱਕ ਪਾਸੇ ਐਮਐਲਏ ਸਾਹਿਬ ਦਾ, ਗੱਲਾਂ ਨਾਲ ਨਹੀਂ ਸਾਰਿਆ, ਕੰਮ ਕਰਕੇ ਸੰਵਾਰਿਆ। ਉਹਦੇ ਨੀਚੇ ਸੜਕ ਤੇ ਟੋਏ, ਸੜਕ 'ਚ ਪਾਣੀ ਖੜਾ, ਸੀਵਰ ਓਵਰਫਲੋ। ਇਹ ਪੂਰੇ ਆਤਮ ਨਗਰ ਦਾ ਹਾਲਾਤ ਹੈ। ਦੂਜੇ ਪਾਸੇ ਇੱਕ ਨੇ ਲਾਇਆ ਹੋਇਆ ਹਲਕਾ ਇੰਚਾਰਜ ਨੇ, ਡਿਵੈਲਪਮੈਂਟ 'ਚ ਵਿਸ਼ਵਾਸ ਕਰਦਾ ਹੈ। ਉਹ ਡਿਵੈਲਪਮੈਂਟ ਦਾ ਜਿੱਥੇ ਬੋਰਡ ਲੱਗਿਆ ਉੱਥੇ ਜਾ ਕੇ ਜਰਾ ਸ਼ਕਲ ਤਾਂ ਦੇਖ ਲਓ, ਹਾਲ ਕੀ ਹੈ। ਤੁਸੀਂ ਗਿੱਲ ਰੋਡ ਦਾ ਹਾਲ ਤਾਂ ਦੇਖੋ, ਹਾਲ ਕੀ ਹੈ। ਜਿੱਥੇ ਤੁਸੀਂ ਲੜੇ ਹੋ ਆਪਸ ਦੇ ਵਿੱਚ, ਵੋਟਾਂ ਪਿੱਛੇ ਯੁੱਧ ਕੀਤਾ ਹੈ, ਉਹਦੇ ਬਾਹਰ ਤਾਂ ਦੇਖੋ ਕਿੱਚੜ ਕਿੰਨਾ ਹੈ। ਕਿਹੜੀਆਂ ਸੜਕਾਂ, ਨਾਲੀਆਂ, ਪਾਰਕਾਂ ਦਾ ਕੰਮ ਹੈ, ਸਾਰਾ ਕਾਰਪੋਰੇਸ਼ਨ ਦਾ ਹੈ। ਇਹਦੇ ਵਿੱਚ ਐਮਐਲਏ ਦਾ ਕੋਈ ਰੋਲ ਨਹੀਂ। ਐਮਐਲਏ ਖੜਾ ਹੋ ਜਾਂਦਾ, ਉਦਘਾਟਨ ਕਰ ਜਾਂਦਾ ਹੈ, ਫਿਰ ਹਲਕਾ ਇੰਚਾਰਜ ਨੂੰ ਰੋਕ ਜਾਂਦਾ ਹੈ, ਫਿਰ 20 ਦਿਨ ਦੇ ਬਾਅਦ ਫਿਰ ਉਹ ਕਰ ਜਾਂਦੇ ਨੇ, ਤਾਂ ਲੜਾਈ ਹੋਈ ਨਹੀਂ ਮੁੱਕਦੀ। ਇੱਕ ਐਮਐਲਏ ਕਹਿੰਦਾ ਮੇਰੇ 5 ਬੰਦੇ ਸੀ, ਇਹਦੇ 50 ਸੀ। ਮੈਂ ਉਸ ਐਮਐਲਏ ਨੂੰ ਪੁੱਛਣਾ ਚਾਹੁੰਦਾ, ਜਦ ਗੋਸ਼ੇ ਨੂੰ ਤੁਸੀਂ ਪਏ ਸੀ ਉਹਦੇ 3 ਸੀ, ਤੁਸੀਂ 200 ਸੀ, ਉਹ ਕੀ ਸੀ? ਚਿੱਟਾ ਹੈ, ਉਹ ਪੋਲੀਟੀਕਲ ਨੈਕਸਸ ਨਾਲ ਚੱਲਦਾ ਹੈ। ਜਿਹੜੇ ਨਾਲ ਇਹ 100 50 ਗੁੰਡੇ ਤੋੜਦੇ ਆ, ਉਹ ਸਾਰੇ ਐਸੇ ਹੈ ਜਿਹੜੇ ਬੰਦੇ ਕਿਤੇ ਨਾ ਕਿਤੇ ਗਲਤ ਅਨਸਰਾਂ ਨਾਲ ਜੁੜੇ ਹੋਏ ਹੈ। ਕੋਈ ਛੋਟੇ ਤੋਂ ਛੋਟਾ ਕੰਮ ਕਰਾਉਣਾ ਪਵੇ, ਐਮਐਲਏ ਦੇ ਘਰ ਜਾਓ। ਸੁਵਿਧਾ ਸੈਂਟਰ ਖੋਲ੍ਹ ਕੇ ਕਿਹਾ ਕਾਰਪੋਰੇਸ਼ਨ ਨੇ ਕਿ ਤੁਸੀਂ ਕਾਰਪੋਰੇਸ਼ਨ ਦੇ ਕੰਮ ਇੱਥੇ ਕਰਾ ਲਓ। ਇਹਨਾਂ ਨੇ ਉਹ ਬੰਦੇ ਨੂੰ ਜਾ ਕੇ ਕੁੱਟਿਆ। ਲੋਕਾਂ ਨੂੰ ਆਪਣੇ ਦਫ਼ਤਰ 'ਚ ਆਉਣ 'ਚ ਮਜਬੂਰ ਕਰਦੇ ਹੈ। ਮੈਂ ਸਮਝਦਾ ਪ੍ਰਸ਼ਾਸਨ ਦੀ ਨਲਾਇਕੀ ਹੈ ਜੇ ਐਮਐਲਏ ਤੋਂ ਫੋਨ ਕਰਾਉਣਾ ਪਵੇ ਤੇ ਐਮਐਲਏ ਦੇ ਕੋਲ ਜਾਣਾ ਪਵੇ। ਗੁੰਡਾਗਰਦੀ ਦੀ ਸਿਆਸਤ, ਬਦਮਾਸ਼ੀ ਦੀ, ਚੀਰ ਦੂੰਗਾ, ਪਾੜ ਦੂੰਗਾ, ਮਿੱਧ ਦੂੰਗਾ, ਧੌਣ 'ਚੋਂ ਕੀਲਾ ਕੱਢ ਦੂੰਗਾ, ਇਹੋ ਜਿਹੇ ਲੋਕ ਸਿਆਸਤ 'ਚ ਨਹੀਂ ਚਾਹੀਦੇ। ਜਿਹੜੇ ਲੜ ਕੇ ਮਾਂ ਭੈਣ ਦੀਆਂ ਗਾਲਾਂ ਕੱਢਦੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ। ਜਿਨ੍ਹਾਂ ਨੇ ਆਪਣੇ ਬੇਟੇ ਵੀ ਤਿਆਰ ਕੀਤੇ ਹੋਏ ਆ ਕਿ ਦੁਕਾਨਦਾਰਾਂ ਨੂੰ ਜਾ ਕੇ ਕੁੱਟਦੇ ਆ ਕਿ ਸਾਡਾ ਬੋਰਡ ਕਿਉਂ ਨਹੀਂ ਲਾਇਆ, ਇੱਥੇ ਕੁੱਟ ਕੇ ਗਏ ਆ। ਬੋਰਡ ਧੱਕੇ ਨਾਲ ਲੋਕਾਂ ਦੀਆਂ ਪ੍ਰੋਪਰਟੀਆਂ 'ਤੇ ਲੱਗ ਰਹੇ ਆ, ਲੋਕਾਂ ਦੀਆਂ ਬਾਹਾਂ ਮਰੋੜੀਆਂ ਜਾ ਰਹੀਆਂ। ਇੱਕ ਜਗ੍ਹਾ 'ਤੇ ਮੌਜੂਦਾ ਐਮਐਲਏ ਬੋਰਡ ਲਾਉਂਦਾ ਹੈ, ਮਗਰੇ ਫਿਰ ਹਲਕਾ ਇੰਚਾਰਜ ਚਲੇ ਜਾਂਦਾ ਹੈ, ਇੱਕ ਬੋਰਡ ਕੋਈ ਤਾਂ ਪੈਰਲਲ ਲੱਗ ਜਾਂਦਾ, ਕਿਸੇ ਦਾ ਲਾਹ ਦਿੰਦੇ ਆ। ਕੈਸੀ ਰਾਜਨੀਤੀ ਹੈ ਕਿ ਇੱਕ ਬੰਦੇ ਨੂੰ 100 ਬੰਦੇ ਦੀ ਬ੍ਰਿਗੇਡ ਨਾਲ ਲੈ ਕੇ ਤੁਰਨੀ ਪਵੇ, 10 ਗੱਡੀਆਂ ਲੈ ਕੇ ਤੁਰਨੀਆਂ ਪੈਣ। ਲੋਕਾਂ ਨੂੰ ਅਹਿਸਾਸ ਹੋਣ ਲੱਗਾ ਕਿ ਗੁੰਡਾਗਰਦੀ ਤੋਂ ਅਸੀਂ ਥੱਕ ਗਏ। ਲੋਕਾਂ ਨੂੰ ਅਹਿਸਾਸ ਹੋਣ ਲੱਗਾ ਕਿ ਬਹੁਬੋਲੀ ਸਿਆਸਤ ਬੰਦ ਹੋਣੀ ਚਾਹੀਦੀ। ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਖਬਰ ਦੇ ਨੰਬਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਚੁਣਾਵੀ ਅਖਾੜਾ ਪੰਜਾਬ ਦਾ 2022 ਵਿਧਾਨ ਸਭਾ ਚੋਣਾਂ ਦਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ। ਸਾਡੇ ਨਾਲ ਵਧੇਰੀ ਗੱਲਬਾਤ ਕਰਨ ਨੂੰ ਜ਼ਿਆਦਾ ਮੌਜੂਦ ਨੇ ਇਸ ਟਾਈਮ ਐਡਵੋਕੇਟ ਹਰੀਸ਼ ਰਾਜ ਢਾਣਾ, ਜਿਹੜਾ ਕਿ ਹਲਕਾ ਆਤਮ ਨਗਰ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ। ਢਾਣਾ ਸਾਹਿਬ ਬਹੁਤ ਧੰਨਵਾਦ ਸਰ। ਕੀ ਰਿਸਪੌਂਸ ਹੈ ਸਰ? ਤੁਸੀਂ ਬੜੇ ਚਿਰਾਂ ਬਾਅਦ ਇਲੈਕਸ਼ਨ ਲੜਨ ਲੱਗੇ ਹੋ, ਕੀ ਰਿਸਪੌਂਸ ਹੈ? ਰਿਸਪੌਂਸ ਭਰਪੂਰ ਹੈ। ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਆਤਮ ਨਗਰ ਦੇ ਮੁੱਦੇ ਸਮਝਦਾ ਕੌਣ ਹੈ। ਲੋਕਾਂ ਨੂੰ ਪਹਿਲੀ ਵਾਰ ਲੱਗਿਆ ਕਿ ਅਸਲੀ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ। ਲੋਕਾਂ ਨੂੰ ਅਹਿਸਾਸ ਹੋਣ ਲੱਗਾ ਕਿ ਗੁੰਡਾਗਰਦੀ ਤੋਂ ਅਸੀਂ ਥੱਕ ਗਏ। ਲੋਕਾਂ ਨੂੰ ਅਹਿਸਾਸ ਹੋਣ ਲੱਗਾ ਕਿ ਬਹੁਬੋਲੀ ਸਿਆਸਤ ਬੰਦ ਹੋਣੀ ਚਾਹੀਦੀ। ਬਾਹੂਬਲੀ ਜਿਹੜੀ ਸਿਆਸਤ ਹੈ ਉਹ ਤੋਂ ਭਾਵ ਢਾਣਾ ਸਾਹਿਬ ਕੀ ਕਹਿਣਾ ਚਾਹੁੰਦੇ?
ਗੁੰਡਾਗਰਦੀ ਦੀ ਸਿਆਸਤ, ਬਦਮਾਸ਼ੀ ਦੀ ਚੀਰ ਦੂੰਗਾ, ਪਾੜ ਦੂੰਗਾ, ਮਿੱਧ ਦੂੰਗਾ, ਧੌਣ ਚੋਂ ਕੀਲਾ ਕੱਢ ਦੂੰਗਾ, ਇਹੋ ਜਿਹੇ ਲੋਕ ਸਿਆਸਤ 'ਚ ਨਹੀਂ ਚਾਹੀਦੇ। ਜਿਹੜੇ ਲੜ ਕੇ ਮਾਂ ਭੈਣ ਦੀਆਂ ਗਾਲਾਂ ਕੱਢਦੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ। ਜਿਨ੍ਹਾਂ ਨੇ ਆਪਣੇ ਬੇਟੇ ਵੀ ਤਿਆਰ ਕੀਤੇ ਹੋਏ ਆ ਕਿ ਦੁਕਾਨਦਾਰਾਂ ਨੂੰ ਜਾ ਕੇ ਕੁੱਟਦੇ ਆ ਕਿ ਸਾਡਾ ਬੋਰਡ ਕਿਉਂ ਨਹੀਂ ਲਾਇਆ, ਇੱਥੇ ਕੁੱਟ ਕੇ ਗਏ ਆ। ਇਹ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ। ਬੋਰਡ ਧੱਕੇ ਨਾਲ ਲੋਕਾਂ ਦੀਆਂ ਪ੍ਰਾਪਰਟੀਆਂ 'ਤੇ ਲੱਗ ਰਹੇ ਆ, ਲੋਕਾਂ ਦੀਆਂ ਬਾਹਾਂ ਮਰੋੜੀਆਂ ਜਾ ਰਹੀਆਂ। ਇੱਕ ਜਗ੍ਹਾ 'ਤੇ ਮੌਜੂਦਾ MLA ਬੋਰਡ ਲਾਉਂਦਾ ਹੈ, ਮਗਰੇ ਫਿਰ ਹਲਕਾ ਇੰਚਾਰਜ ਚਲੇ ਜਾਂਦਾ ਹੈ, ਇੱਕ ਬੋਰਡ ਕੋਈ ਤਾਂ ਪੈਰਲਲ ਲੱਗ ਜਾਂਦਾ, ਕਿਸੇ ਦਾ ਲਾਹ ਦਿੰਦੇ ਆ। ਇਹ ਕੈਸੀ ਰਾਜਨੀਤੀ ਹੈ? ਕੈਸੀ ਰਾਜਨੀਤੀ ਹੈ ਕਿ ਇੱਕ ਬੰਦੇ ਨੂੰ 100 ਬੰਦੇ ਦੀ ਬ੍ਰਿਗੇਡ ਨਾਲ ਲੈ ਕੇ ਤੁਰਨੀ ਪਵੇ, 10 ਗੱਡੀਆਂ ਲੈ ਕੇ ਤੁਰਨੀਆਂ ਪੈਣ। ਇਹ ਉਹਦੇ ਬਿਨਾਂ ਸੁਰੱਖਿਅਤ ਨਹੀਂ ਹੈ। ਇੱਕ MLA ਕਹਿੰਦਾ ਮੇਰੇ 5 ਬੰਦੇ ਸੀ, ਇਹਦੇ 50 ਸੀ। ਮੈਂ ਉਸ MLA ਨੂੰ ਪੁੱਛਣਾ ਚਾਹੁੰਦਾ, ਜਦ ਗੋਸ਼ੇ ਨੂੰ ਤੁਸੀਂ ਪਏ ਸੀ ਉਹਦੇ 3 ਸੀ, ਤੁਸੀਂ 200 ਸੀ, ਉਹ ਕੀ ਸੀ? ਇਹ ਰਾਜਨੀਤੀ ਅੱਛੀ ਨਹੀਂ ਹੈ। ਲੋਕ ਨਹੀਂ ਪਸੰਦ ਕਰਦੇ ਗੁੰਡਾਗਰਦੀ ਦੀ ਰਾਜਨੀਤੀ। ਦੱਸੋ ਜਾ ਕੇ ਤੁਸੀਂ ਕਾਫੀ ਦਿਨਾਂ ਤੋਂ ਚੁਣਾਵ ਪ੍ਰਚਾਰ ਵੀ ਕਰ ਰਹੇ ਹੋ, ਘੁੰਮ ਵੀ ਰਹੇ ਹੋ, ਦੇਖ ਵੀ ਰਹੇ ਹੋ, ਕੀ ਸਮੱਸਿਆਵਾਂ ਲੋਕਾਂ ਦੀ ਤੁਹਾਡੇ ਸਾਹਮਣੇ ਆਈਆਂ? ਸਭ ਤੋਂ ਬੜੀ ਸਮੱਸਿਆ ਇਸ ਏਰੀਏ ਦੀ ਹੈ, ਇਹ ਏਰੀਆ ਨੇ ਲੁਧਿਆਣੇ ਦੀ ਪਹਿਚਾਣ ਇੰਡਸਟਰੀ 'ਚ ਬਣਾਈ, ਜਿਹੜਾ ਮੈਨਚੈਸਟਰ ਆਫ ਇੰਡੀਆ ਲੁਧਿਆਣੇ ਨੂੰ ਕਿਹਾ ਜਾਂਦਾ ਹੈ। ਪੰਜਾਬ ਦੀ ਜਿਹੜੀ ਇੰਡਸਟਰੀ ਦੀ 1960 ਦੇ ਬਾਅਦ ਗਰੋਥ ਆਈ, ਇੰਡੀਆ ਮੈਪ 'ਤੇ ਪੰਜਾਬ ਆਇਆ, ਉਹ ਇਹ ਏਰੀਆ ਲੈ ਕੇ ਆਇਆ। ਇਹ ਏਰੀਆ ਜਿਹੜਾ ਇਹਨੂੰ ਮਾਸਟਰ ਪਲਾਨ ਦੇ ਵਿੱਚ ਰੈਜ਼ੀਡੈਂਸ਼ੀਅਲ ਡਿਕਲੇਅਰ ਕੀਤਾ ਹੋਇਆ ਹੈ। 2023 ਤੱਕ ਐਕਸਟੈਂਸ਼ਨ ਮਿਲੀ ਹੋਈ ਹੈ ਇੰਡਸਟਰੀ ਸ਼ਿਫਟ ਕਰਨ ਦੀ, ਜਦ ਕਿ ਇਸ ਏਰੀਏ ਦੀ ਜਿਹੜੀ ਇੰਡਸਟਰੀ ਹੈ ਉਹਨੂੰ MSME ਦਾ ਕਲਸਟਰ ਡਿਕਲੇਅਰ ਕਰਕੇ ਖਾਸ ਸਹੂਲਤਾਂ ਅਤੇ ਰਿਆਇਤਾਂ ਗਵਰਨਮੈਂਟ ਆਫ ਇੰਡੀਆ ਤੋਂ ਅਤੇ ਸੂਬੇ ਤੋਂ ਲੈਣੀਆਂ ਚਾਹੀਦੀਆਂ ਅਤੇ ਦਵਾਉਣੀਆਂ ਚਾਹੀਦੀਆਂ, ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਸਭ ਤੋਂ ਵੱਡਾ ਮੁੱਦਾ ਹੈ। ਦੂਜਾ ਮੁੱਦਾ ਇਸ ਏਰੀਏ ਦਾ ਟ੍ਰੈਫਿਕ ਦਾ। ਜਿਹੜੀ ਗਿੱਲ ਰੋਡ ਹੈ ਉਹਦਾ ਟ੍ਰੈਫਿਕ ਇੰਨਾ ਮਾੜਾ ਹਾਲ ਹੈ ਕਿ ਲੋਕ ਇੱਥੋਂ ਆਉਣਾ ਜਾਣਾ ਬਹੁਤ ਮੁਸ਼ਕਿਲ ਹੈ। ਇੱਥੇ ਐਲੀਵੇਟਡ ਰੋਡ ਬਣਨੀ ਚਾਹੀਦੀ ਹੈ, ਰੋਡ ਦੀ ਅਪਗ੍ਰੇਡੇਸ਼ਨ ਹੋਣੀ ਚਾਹੀਦੀ ਹੈ। ਜਿਹੜੇ ਟੋਏ ਆ ਸੜਕ ਦੇ ਵਿੱਚ ਬੁਰਾ ਹਾਲ ਕੀਤਾ ਪਿਆ, ਉਹਦਾ ਸੁਧਾਰ ਆਉਣਾ ਚਾਹੀਦਾ ਹੈ। ਫਿਰ ਇੱਥੇ ਜਿਹੜਾ ਰੇਲਵੇ ਬ੍ਰਿਜ ਹੈ ਉਹਦੇ 'ਤੇ ਬਣਨਾ ਜ਼ਰੂਰੀ ਹੈ, ਰੇਲਵੇ ਕ੍ਰਾਸਿੰਗ 'ਤੇ ਬ੍ਰਿਜ ਬਣਨਾ ਬਹੁਤ ਜ਼ਰੂਰੀ ਹੈ। ਉਹ ਕਿਸੇ ਨੇ ਅੱਜ ਤੱਕ ਨਹੀਂ ਦੇਖਿਆ। ਇਸ ਏਰੀਏ 'ਚ ਕੋਈ ਕੁੜੀਆਂ ਦਾ ਕਾਲਜ ਨਹੀਂ, ਬੱਚੀਆਂ ਨੂੰ ਬਹੁਤ ਦੂਰ ਜਾਣਾ, ਕਈ ਗੱਲ ਤਾਂ ਵਾਂਝੀਆਂ ਰਹਿ ਜਾਂਦੀ ਐਜੂਕੇਸ਼ਨ ਤੋਂ। ਇੱਥੇ ਹਸਪੀਟਲ ਨਹੀਂ ਹੈ। ਮੈਂ ਉਹਦੀ ਵੀ ਬੇਨਤੀ ਕਰ ਲਈ ਹੈ। ਆਲਰੇਡੀ SGPC ਦੇ ਪ੍ਰਧਾਨ ਸਾਹਿਬ ਨਾਲ, ਧਾਮੀ ਸਾਹਿਬ ਨਾਲ ਮੈਂ ਗੱਲ ਕੀਤੀ ਹੈ, ਜਿਨ੍ਹਾਂ ਨੇ ਮੈਨੂੰ ਕੰਸੈਂਟ ਦੇ ਦਿੱਤੀ ਹੈ। SGPC ਵੱਲੋਂ ਇੱਥੇ ਹਸਪੀਟਲ, ਇੱਥੇ ਕਾਲਜ ਕੁੜੀਆਂ ਦਾ ਅਤੇ ਇੱਕ ਬੱਚਿਆਂ ਦਾ ਸਕੂਲ, ਜਿਹੜੀ SGPC ਦੀ ਲੈਂਡ ਦੱਖਣ ਤੇ ਆਤਮ ਨਗਰ ਦੇ ਸੈਂਟਰ 'ਚ ਪਈ ਹੈ, ਉਹਦੇ 'ਚ ਬਣਾਇਆ ਜਾਊਗਾ। ਫਿਰ ਇੱਥੇ ਦਾ ਮੁੱਦਾ ਸਭ ਤੋਂ ਬੜਾ ਹੈ, ਚਿੱਟੇ ਦੀ ਭਰਮਾਰ ਬਹੁਤ ਹੈ। ਅਤੇ ਜਿਹੜਾ ਚਿੱਟਾ ਹੈ ਉਹ ਪੋਲੀਟੀਕਲ ਨੈਕਸਸ ਨਾਲ ਚੱਲਦਾ ਹੈ। ਉਹਨਾਂ ਨੂੰ ਪੈਟਰੋਨੇਜ ਹੈ। ਜਿਹੜੇ ਨਾਲ ਇਹ 100 50 ਗੁੰਡੇ ਤੋੜਦੇ ਆ, ਉਹ ਸਾਰੇ ਐਸੇ ਹੈ ਜਿਹੜੇ ਬੰਦੇ ਕਿਤੇ ਨਾ ਕਿਤੇ ਗਲਤ ਅਨਸਰਾਂ ਨਾਲ ਜੁੜੇ ਹੋਏ ਹੈ। ਉਹਦੇ 'ਚੋਂ ਪੈਟਰੋਨੇਜ ਖਤਮ ਕਰਕੇ ਇੱਥੇ ਚਿੱਟੇ ਦੀ ਭਰਮਾਰ ਖਤਮ ਕਰਨੀ ਪੈਣੀ ਹੈ। ਫਿਰ ਅਗਲਾ ਮੁੱਦਾ ਹੈ ਕਿ ਕੋਈ ਛੋਟੇ ਤੋਂ ਛੋਟਾ ਕੰਮ ਕਰਾਉਣਾ ਪਵੇ, MLA ਦੇ ਘਰ ਜਾਓ, MLA ਦੀ ਮੋਹਰ ਲਓ। ਇੱਥੇ ਕਾਰਪੋਰੇਸ਼ਨ ਨੇ ਸੁਵਿਧਾ ਸੈਂਟਰ ਖੋਲ੍ਹਤਾ ਸੀ। ਸੁਵਿਧਾ ਸੈਂਟਰ ਖੋਲ੍ਹ ਕੇ ਕਿਹਾ ਕਾਰਪੋਰੇਸ਼ਨ ਨੇ ਕਿ ਤੁਸੀਂ ਕਾਰਪੋਰੇਸ਼ਨ ਦੇ ਕੰਮ ਇੱਥੇ ਕਰਾ ਲਓ। ਇਹਨਾਂ ਨੇ ਉਹ ਬੰਦੇ ਨੂੰ ਜਾ ਕੇ ਕੁੱਟਿਆ ਕਿ ਤੂੰ MLA ਦੀ ਮੋਹਰ ਬਿਨਾਂ ਜੇ ਕੰਮ ਕੀਤਾ ਅਸੀਂ ਤੈਨੂੰ ਛੱਡਣਾ ਨਹੀਂ। ਇਹ ਲੋਕਾਂ ਨੂੰ ਆਪਣੇ ਦਫ਼ਤਰ 'ਚ ਆਉਣ 'ਚ ਮਜਬੂਰ ਕਰਦੇ ਹੈ। ਮੈਂ ਆਲਰੇਡੀ 5 ਸੁਵਿਧਾ ਸੈਂਟਰ ਦੀ ਪਰਮਿਸ਼ਨ ਲੈ ਚੁੱਕਾ, 2 ਸੁਵਿਧਾ ਸੈਂਟਰ ਚਾਲੂ ਹੋ ਚੁੱਕੇ, 3 ਚਾਲੂ ਹੋ ਜਾਣਗੇ। ਹਰ ਵਾਰਡ 'ਚ ਇੱਕ ਸੁਵਿਧਾ ਸੈਂਟਰ ਬਣਾ ਕੇ ਦਊਂਗਾ ਕਿ MLA ਦੇ ਘਰ ਕਿਸੇ ਨੂੰ ਜਾਣਾ ਨਾ ਪਵੇ। ਮੈਂ ਸਮਝਦਾ ਪ੍ਰਸ਼ਾਸਨ ਦੀ ਨਲਾਇਕੀ ਹੈ ਜੇ MLA ਤੋਂ ਫੋਨ ਕਰਾਉਣਾ ਪਵੇ ਅਤੇ MLA ਦੇ ਕੋਲ ਜਾਣਾ ਪਵੇ। ਮੈਂ ਇਸ ਕਿਸਮ ਦੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਹੈ ਅਤੇ ਇਹਦਾ ਅੰਤ ਕਰੂੰਗਾ। ਇਹ ਇਸ ਇਲਾਕੇ ਦੇ ਬਹੁਤ ਵੱਡੇ ਮੁੱਦੇ ਹੈ। ਫਿਰ ਇੱਥੇ ਦਾ ਮੁੱਦਾ ਹੈ ਸੀਵਰਸ ਬਲੌਕਡ ਹੈ। ਅੰਬੇਦਕਰ ਨਗਰ ਦੇ ਵਿੱਚ ਮੈਂ ਗਿਆ, ਉੱਥੇ ਮਲ ਮੂਤਰ ਉੱਤੇ ਤੈਰਦਾ ਫਿਰਦਾ ਹੈ। ਲੋਕਾਂ ਦੇ ਘਰਾਂ ਦੇ ਵਿੱਚ ਇੰਨੀ ਗੰਦੇ ਹਾਲਾਤ 'ਚ ਲੋਕ ਉੱਥੇ ਬੈਠ ਕੇ ਰੋਟੀ ਪਕਾ ਰਹੇ ਆ ਅਤੇ ਖਾ ਰਹੇ ਆ। ਕਿਸੇ ਨੇ ਅੱਜ ਤੱਕ ਧਿਆਨ ਨਹੀਂ ਕੀਤਾ। ਕਿੱਧਰ ਗਿਆ MLA ਅਤੇ ਕਿੱਧਰ ਗਿਆ ਕੌਂਸਲਰ? ਇਹ ਮੈਂ ਜਾ ਕੇ ਕੰਪਲੇਂਟ ਕਰਕੇ ਉਹਨਾਂ ਦੀਆਂ ਸਾਰੀ ਸਫਾਈ ਸ਼ੁਰੂ ਕਰਾਈ ਹੈ। ਅੱਜ ਮੈਂ ਮੁੜ ਕੇ ਜਾ ਰਿਹਾ। 3 ਦਿਨ ਦੇ ਵਿੱਚ ਉਹਦੀ ਡੀਸਿਲਟਿੰਗ ਹੋਈ ਹੈ। ਟਿਊਬਵੈੱਲ ਖਰਾਬ ਸੀ, ਉਹਦੀ ਰਿਪੇਅਰ ਹੋਈ ਹੈ। ਪਾਈਪ ਫਟੇ ਹੋਏ ਸੀ ਪਾਣੀ ਦੇ, ਉਹਨਾਂ ਦੀ ਰਿਪੇਅਰ ਹੋਈ ਹੈ। ਹੁਣੀ ਮੈਨੂੰ ਅੱਜ 12 ਨੰਬਰ ਗਲੀ ਜੈਨ ਕਾਲੋਨੀ ਦੇ ਵਿੱਚੋਂ ਆਇਆ ਮੈਸੇਜ, ਉਹਨਾਂ ਦਾ ਸੀਵਰ ਬਲੌਕਡ ਹੈ। ਮੈਂ ਐਟਲੀਸਟ 15 ਕੰਪਲੇਂਟ ਸੀਵਰ ਬਲੌਕ ਦੀਆਂ ਐਡਰੈਸ ਕਰਵਾ ਚੁੱਕਾ। ਕੰਪਲੇਂਟਾਂ ਭਜਵਾ ਕੇ ਆਪ ਕਾਰਪੋਰੇਸ਼ਨ ਨੂੰ। ਪੂਰੇ ਦੁਗਰੀ ਦੇ ਬਲੌਕਡ ਹੈ, ਪੂਰੇ ਦਸ਼ਮੇਸ਼ ਨਗਰ ਦੇ ਬਲੌਕਡ ਹੈ। ਦਸ਼ਮੇਸ਼ ਨਗਰ ਗਲੀ ਨੰਬਰ 6 'ਚ 15 ਦਿਨ ਪਾਣੀ ਖੜਾ ਰਿਹਾ। ਜਦ ਮੈਂ 15 ਦਿਨ ਦੇ ਬਾਅਦ ਉੱਥੋਂ ਲੰਘਿਆ, ਸਾਰਾ ਮਹੱਲਾ ਇਕੱਠਾ ਹੋ ਗਿਆ। ਉਸੇ ਵਕਤ ਮੈਂ ਕੰਪਲੇਂਟ ਕੀਤੀ ਕਾਰਪੋਰੇਸ਼ਨ ਨੂੰ ਐਂਡ ਵਿਦਿਨ 2 ਆਵਰਸ ਉਹ ਕਲੀਅਰ ਹੋਇਆ। ਇਸ ਕਿਸਮ ਦੀ ਜਿਹੜੀ ਨਲਾਇਕ ਸਿਸਟਮ ਹੈ ਪੀਪਲਸ ਰਿਪਰੈਜ਼ੈਂਟੇਟਿਵ ਦਾ, ਉਹਦੇ 'ਚ ਬਦਲ ਲਿਆਉਣੀ ਪਊਗੀ। ਇਸ ਇਲਾਕੇ ਦੇ ਮੁੱਦੇ ਇਹ ਸਾਰੇ। ਦੱਸੋ ਤੁਸੀਂ ਤਾਂ ਸਿੱਧਾ ਦਾ ਮਤਲਬ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਐਲੀਗੇਸ਼ਨ ਨਹੀਂ ਹੈ ਸਾਰੇ ਵੀ ਉਹਨਾਂ ਨੇ ਕੋਈ ਵਿਕਾਸ ਉਹਨਾਂ ਵੱਲੋਂ ਨਹੀਂ ਕੀਤਾ ਗਿਆ, ਜਦ ਕਿ ਉਹਨਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਮੈਂ ਤਾਂ ਵਿਕਾਸ ਦੀ ਕੋਈ ਕਸਰ ਛੱਡੀ ਨਹੀਂ। ਮੈਂ ਕੱਲ੍ਹ ਖੜਾ ਸੀ, ਇੱਕ ਬੋਰਡ ਲੱਗਿਆ ਹੋਇਆ ਸੀ ਇੱਕ ਪਾਸੇ MLA ਸਾਹਿਬ ਦਾ,
ਗੱਲਾਂ ਨਾਲ ਨਹੀਂ ਸਾਰਿਆ, ਕੰਮ ਕਰਕੇ ਸੰਵਾਰਿਆ। ਉਹਦੇ ਨੀਚੇ ਸੜਕ ਤੇ ਟੋਏ, ਸੜਕ 'ਚ ਪਾਣੀ ਖੜਾ, ਸੀਵਰ ਓਵਰਫਲੋ। ਇਹ ਪੂਰੇ ਆਤਮ ਨਗਰ ਦਾ ਹਾਲਾਤ ਹੈ। ਦੂਜੇ ਪਾਸੇ ਇੱਕ ਨੇ ਲਾਇਆ ਹੋਇਆ ਹਲਕਾ ਇੰਚਾਰਜ ਨੇ ਕਿ ਡਿਵੈਲਪਮੈਂਟ 'ਚ ਵਿਸ਼ਵਾਸ ਕਰਦਾ ਹੈ। ਉਹ ਡਿਵੈਲਪਮੈਂਟ ਦਾ ਜਿੱਥੇ ਬੋਰਡ ਲੱਗਿਆ ਉੱਥੇ ਜਾ ਕੇ ਜਿਹੜਾ ਸ਼ਕਲ ਤਾਂ ਦੇਖ ਲਓ, ਹਾਲ ਕੀ ਹੈ। ਤੁਸੀਂ ਗਿੱਲ ਰੋਡ ਦਾ ਹਾਲ ਤਾਂ ਦੇਖੋ, ਹਾਲ ਕੀ ਹੈ। ਜਿੱਥੇ ਤੁਸੀਂ ਲੜੇ ਹੋ ਆਪਸ ਦੇ ਵਿੱਚ, ਵੋਟਾਂ ਪਿੱਛੇ ਯੁੱਧ ਕੀਤਾ ਹੈ, ਉਹਦੇ ਬਾਹਰ ਤਾਂ ਦੇਖੋ ਕਿੱਚੜ ਕਿੰਨਾ ਹੈ, ਕੀ ਸਮੱਸਿਆ ਹੈ। ਇਹਨਾਂ ਦਾ ਦੇਖੋ, ਲੋਕਾਂ ਨੂੰ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿਹੜੀਆਂ ਸੜਕਾਂ, ਨਾਲੀਆਂ, ਪਾਰਕਾਂ ਦਾ ਕੰਮ ਹੈ ਸਾਰਾ ਕਾਰਪੋਰੇਸ਼ਨ ਦਾ ਹੈ। ਇਹਦੇ ਵਿੱਚ ਐਮਐਲਏ ਦਾ ਕੋਈ ਰੋਲ ਨਹੀਂ। ਐਮਐਲਏ ਦਾ ਰੋਲ ਵਿਧਾਨ ਸਭਾ ਤੱਕ ਰਹਿੰਦਾ ਹੈ। ਜੇ ਐਮਐਲਏ ਗਵਰਨਮੈਂਟ 'ਚ ਆ ਜਾਵੇ, ਮੰਤਰੀ ਬਣ ਜਾਵੇ, ਫਿਰ ਉਹਦੇ ਡਾਇਰੈਕਟ ਕੰਟਰੋਲ 'ਚ ਆਪਣਾ ਮਹਿਕਮਾ ਆ ਜਾਂਦਾ ਤੇ ਕੈਬਨਿਟ 'ਚ ਇਕੱਠੇ ਬੈਠ ਕੇ ਵੀ ਐਗਜ਼ੈਕਟਿਵ ਫੈਸਲੇ ਕਰ ਸਕਦੇ ਆ। ਤੇ ਇੱਕ ਪਾਸੇ ਸੜਕ ਕਾਰਪੋਰੇਸ਼ਨ ਬਣਾਉਂਦੀ ਹੈ, ਐਮਐਲਏ ਖੜਾ ਹੋ ਜਾਂਦਾ, ਉਦਘਾਟਨ ਕਰ ਜਾਂਦਾ ਹੈ, ਫਿਰ ਹਲਕਾ ਇੰਚਾਰਜ ਉਹਨੂੰ ਰੋਕ ਜਾਂਦਾ ਹੈ, ਫਿਰ 20 ਦਿਨ ਦੇ ਬਾਅਦ ਫਿਰ ਉਹ ਕਰ ਜਾਂਦੇ ਨੇ ਤਾਂ ਲੜਾਈ ਹੋਈ ਨਹੀਂ ਮੁੱਕਦੀ। ਇੱਕ ਪੱਥਰ ਸਟਾਉਂਦਾ, ਦੂਜਾ ਪੱਥਰ ਚੁਕਾਉਂਦਾ। ਇਹ ਕੰਮ ਬੰਦ ਹੋਣਾ ਚਾਹੀਦਾ ਹੈ। ਇਹ ਬੰਦੇ ਮੈਂ ਸਮਝਦਾ ਟੋਟਲ ਫੇਲ ਰਹੇ ਹੈ, ਐਬਸੈਂਟ ਰਹੇ ਹੈ ਐਂਡ ਝੂਠੀ ਲੋਕਾਂ ਨੂੰ ਰਾਜਨੀਤੀ ਕਰਦੇ ਰਹੇ ਹਾਂ ਕਿ ਅਸੀਂ ਡਿਵੈਲਪਮੈਂਟ ਕੀਤੀ ਹੈ, ਜਦ ਕਿ ਕੋਈ ਡਿਵੈਲਪਮੈਂਟ ਦਾ ਰੋਲ ਨਹੀਂ। ਅੱਜ ਤੱਕ ਮੌਜੂਦਾ ਐਮਐਲਏ ਜਾਂ ਜਿਹੜਾ ਹਲਕਾ ਇੰਚਾਰਜ ਹੈ, ਜਿਹੜਾ ਰੂਲਿੰਗ ਪਾਰਟੀ ਦਾ ਮੈਂਬਰ ਹੈ, ਮੈਨੂੰ ਦੱਸੋ ਤੁਸੀਂ ਆਤਮ ਨਗਰ ਦਾ ਕਿਹੜਾ ਮੁੱਦਾ ਚੁੱਕਿਆ? ਇਹ ਕਹਿੰਦੇ ਜੀ ਮੈਂ ਗਟਕਰੀ ਸਾਹਿਬ ਨੂੰ ਚਿੱਠੀ ਲਿਖਤੀ। ਜੇ ਚਿੱਠੀਆਂ ਨਾਲ ਕੰਮ ਹੁੰਦੇ ਹੋਣ ਤਾਂ ਐਮਐਲਏ ਸਾਹਿਬ ਤੁਹਾਡਾ ਕਰਨਾ ਕੀ ਹੈ? ਤੁਹਾਨੂੰ ਇਲੈਕਟ ਕਰਕੇ ਕੀ ਕਰਨਾ ਹੈ? ਫਿਰ ਤੁਸੀਂ ਚਿੱਠੀ ਤਾਂ ਮੈਂ ਵੀ ਲਿਖ ਦੂੰ, ਚਿੱਠੀ ਤਾਂ ਕੋਈ ਹੋਰ ਵੀ ਲਿਖ ਦੂੰ। ਸਵਾਲ ਇਹ ਹੈ ਕਿ ਕੰਮ ਨੂੰ ਸਹੀ ਢੰਗ ਦੇ ਨਾਲ ਫੋਲੋ ਕਰਨਾ, ਕੰਮ ਕਰਾਉਣਾ। ਤੁਸੀਂ ਅੱਜ ਤੱਕ ਅਸੈਂਬਲੀ 'ਚ ਕਿਹੜੀ ਗੱਲ ਆਤਮ ਨਗਰ ਦੀ ਚੱਕੀ? ਤੁਸੀਂ 5 ਇਸ ਵਾਰੀ ਦੇ 5 ਪਿਛਲੀ ਵਾਰ ਦੇ ਬਜਟ ਡਿਬੇਟਸ ਦੇ ਵਿੱਚ ਹਿੱਸਾ ਲੈ ਚੁੱਕੇ ਹੋ। ਤੁਹਾਨੂੰ ਸਮਾਂ ਮਿਲਦਾ ਤੁਹਾਡੀ ਪਾਰਟੀ ਨੂੰ। ਤੁਸੀਂ ਆਤਮ ਨਗਰ ਲਈ ਦੱਸੋ ਕਿਹੜਾ ਵਿਸ਼ੇਸ਼ ਪੈਕੇਜ ਮੰਗਿਆ? ਤੁਸੀਂ ਆਤਮ ਨਗਰ ਦੀ ਇੰਡਸਟਰੀ ਨੂੰ ਕਲਸਟਰ ਡਿਕਲੇਅਰ ਕਰਨ ਲਈ ਦੱਸੋ ਕਦ ਗੱਲ ਕੀਤੀ? ਤੁਸੀਂ ਐਲੀਵੇਟਡ ਰੋਡ ਬਣਾਉਣ ਲਈ ਕਦ ਰੌਲਾ ਪਾਇਆ? ਤੁਸੀਂ ਕਦ ਰੇਲਵੇ ਬ੍ਰਿਜ ਬਣਾਉਣ ਦੀ ਗੱਲ ਕੀਤੀ? ਤੁਸੀਂ ਕਦ ਕਾਲਜ ਖੋਲ੍ਹਣ ਦੀ, ਹਸਪਤਾਲ ਖੋਲ੍ਹਣ ਦੀ, ਸਕੂਲ ਖੋਲ੍ਹਣ ਦੀ ਗੱਲ ਕੀਤੀ? ਜਵਾਬ ਦਿਓ। ਵਿਧਾਨ ਸਭਾ 'ਚ ਤਾਂ ਰਿਕਾਰਡਡ ਹੁੰਦੀਆਂ ਸਾਰੀਆਂ, ਲਿਆਓ ਰਿਕਾਰਡ ਦਿਖਾਓ ਕਿੱਥੇ ਬੋਲੇ ਹੋ ਤੁਸੀਂ। ਤੁਸੀਂ ਕਦੇ ਆਤਮ ਨਗਰ ਦੀ ਗੱਲ ਨਹੀਂ ਕੀਤੀ। ਤੁਸੀਂ ਬਾਹਾਂ ਉੱਤੀਆਂ ਕਰਕੇ ਵੱਡੀਆਂ ਗੱਲਾਂ ਕਰਦੇ ਹੋ। ਕਦੇ ਪਾਣੀਆਂ ਦੀ ਕਰ ਲੈਂਦੇ ਹੋ, ਕਦੇ ਟੋਲ ਪਲਾਜ਼ਾ ਦੀ ਕਰ ਲੈਂਦੇ ਹੋ, ਕਦੇ ਰੇਤੇ ਦੀਆਂ ਕਾਨਾਂ ਦੀ ਕਰ ਲੈਂਦੇ ਹੋ, ਕਦੇ ਪਾਸਪੋਰਟ ਦੀ ਕਰ ਲੈਂਦੇ ਹੋ, ਕਦੇ ਮਿਲਕ ਪਲਾਂਟ ਦੀ ਕਰ ਲੈਂਦੇ ਹੋ। ਪ੍ਰੋਬਲਮ ਉੱਥੇ ਦੀ ਉੱਥੇ, ਖਬਰ ਬਣਾਉਂਦੇ ਹੋ, ਅਖਬਾਰ 'ਚ ਲਵਾਉਂਦੇ ਹੋ, ਮਸਲਾ ਤਾਂ ਉੱਥੇ ਦਾ ਉੱਥੇ ਹੈ। ਤੁਹਾਡਾ ਘਰ ਭਰਿਆ ਹੋਇਆ, ਤੁਸੀਂ ਬਿਜਲੀ ਚੋਰੀ ਕਰ ਕਰਕੇ ਆਪਣੀਆਂ ਫੈਕਟਰੀਆਂ ਚਲਾਈ ਜਾਂਦੇ ਹੋ। ਇਹ ਬਿਜਲੀ ਦੇ ਪੈਸੇ ਲੋਕਾਂ ਨੂੰ ਕਹਿਣਾ ਤੁਸੀਂ ਦਿੰਦੇ ਹੋ। ਜਿਹੜੀ ਬਿਜਲੀ ਲੱਖ ਰੁਪਏ ਮਹੀਨੇ ਦੀ ਚੋਰੀ ਕਰਦੇ ਆ ਨਾ ਇਹ ਐਮਐਲਏ ਵਰਗੇ ਬੰਦੇ ਜਾਂ ਲੋਕੀ ਕੁੰਡੀਆਂ ਲਾਉਂਦੇ ਆ, ਉਹ ਬਿੱਲ ਅਸੀਂ ਦਿੰਦੇ ਆ, ਤੁਸੀਂ ਦਿੰਦੇ ਹੋ। ਕਿਉਂਕਿ ਜਿਹੜਾ ਬਿਜਲੀ ਮਹਿਕਮਾ ਪੱਲਿਓਂ ਨਹੀਂ ਦਿੰਦਾ। ਜਿੰਨਾ ਖਰਚਾ ਉਹਨਾਂ ਦਾ, ਜਿੰਨੀ ਬਿਜਲੀ ਚੋਰੀ ਹੋ ਜਾਂਦੀ ਹੈ ਉਹ ਖਪਤਕਾਰਾਂ 'ਤੇ ਪੈ ਜਾਂਦਾ ਹੈ। ਤੁਹਾਡੇ ਯੂਨਿਟ 25 ਪੈਸੇ ਸਸਤੇ ਹੋ ਸਕਦੇ ਹੈ, 25%। ਜੇ 27% ਟਰਾਂਸਮਿਸ਼ਨ ਲਾਸਿਸ ਖਤਮ ਕਰ ਦਿੱਤੇ ਜਾਣ, ਉਹ ਕਿਉਂ ਨਹੀਂ ਕੀਤਾ? ਕਿਉਂ ਤੁਸੀਂ ਇਹ ਰੌਲਾ ਨਹੀਂ ਚੱਕਦੇ ਕਿ ਇੰਡਸਟਰੀ ਨੂੰ ਬਿਜਲੀ ਸਸਤੀ ਮਿਲਣੀ ਚਾਹੀਦੀ ਹੈ, ਚੋਰੀ ਬੰਦ ਕਰੋ? ਪਰ ਚੋਰੀ ਕਰਨ ਵਾਲਾ ਕਿਉਂ ਬੋਲੂਗਾ ਚੋਰੀ ਬੰਦ ਕਰੋ? ਜਿਹਦੇ ਆਪਣੀ ਫੈਕਟਰੀ 'ਚ 3 ਕਨੈਕਸ਼ਨ ਹੋਣ ਉਹ ਕਿਉਂ ਬੋਲੂਗਾ? ਜਿਹਦੀ ਆਪਣੀ ਫੈਕਟਰੀ 'ਚ 10 ਕਨੈਕਸ਼ਨ ਹੋ ਉਹ ਕਿਉਂ ਬੋਲੂਗਾ? ਜਿਹੜੀ ਆਪਣੇ ਬਿਜਲੀ ਦੇ ਕਨੈਕਸ਼ਨਾਂ ਦੇ ਮੀਟਰ ਅੰਦਰ ਫੈਕਟਰੀ 'ਚ ਲਵਾਏ ਹੋਏ ਆ ਉਹ ਕਿਉਂ ਬੋਲੂਗਾ? ਜਿਹੜੇ ਮੀਟਰਾਂ ਦੇ ਵਿੱਚ ਕਾਰਡ ਲੱਗੇ ਹੋਏ ਆ ਉਹ ਸਾੜ ਦਿੰਦੇ ਆ ਕਿ ਪਤਾ ਨਾ ਲੱਗੇ ਸਾਡੀ ਬਿਜਲੀ ਚੋਰੀ, ਉਹ ਕਿਉਂ ਬੋਲੂਗਾ? ਇਹ ਉਹ ਬੋਲੂਗਾ ਜਿਹੜਾ ਇਮਾਨਦਾਰ ਹੈ। ਮੈਂ ਆ ਗਿਆ ਬੋਲਣ ਲਈ, ਮੈਂ ਡਟ ਕੇ ਬੋਲੂੰਗਾ, ਡਟ ਕੇ ਇਲਾਕੇ ਦੀਆਂ ਗੱਲਾਂ ਕਰੂੰ, ਡਟ ਕੇ ਇਲਾਕੇ ਦਾ ਪਹਿਰਾ ਦਊਂਗਾ ਲੋਕਾਂ ਦੇ ਹੱਕਾਂ ਦਾ। ਦਰਅਸਲ ਜੇ ਹਲਕਾ ਆਤਮ ਨਗਰ ਦੇ ਲੋਕ ਤੁਹਾਨੂੰ ਜਿਤਾ ਕੇ ਭੇਜਦੇ ਨੇ, ਇਹ ਤਾਂ ਮੁੱਦੇ ਤੁਸੀਂ ਜਿਹੜੇ ਚੱਕ ਕੇ ਦਿੱਤੇ ਤੇ ਹੋਰ ਕੋਈ ਮੁੱਖ ਕੋਈ ਏਜੰਡਾ ਹੈਗਾ ਤੁਹਾਡੇ ਦਿਮਾਗ 'ਚ ਵਿੱਚ? ਕੀ ਕਰਨਾ ਚਾਹੋਗੇ? ਜਿਹਦੇ ਤੇ ਪੈਸਾ ਨਹੀਂ ਲੱਗਦਾ, ਨਾ ਹਿੰਗ ਲੱਗੇ ਨਾ ਫਟਕੜੀ। ਲਾਅ ਐਂਡ ਆਰਡਰ ਕੰਟਰੋਲ ਕਰਨਾ, ਦੁਰਗਤ ਥਾਣਿਆਂ 'ਚ ਬੰਦ ਕਰਨਾ, ਚਿੱਟੇ ਦਾ ਵਿਕਣਾ ਬੰਦ ਕਰਨਾ, ਐਮਐਸਐਮਈ ਕਲਸਟਰ ਡਿਕਲੇਅਰ ਕਰਨਾ, ਲੋਕਾਂ ਦੇ ਕੰਮ ਲੋਕਾਂ ਦੇ ਘਰਾਂ 'ਚ ਬੈਠੇ ਹੋਣ, ਲੋਕਾਂ ਨੂੰ ਐਮਐਲਏ ਦੇ ਦਰਾਂ 'ਤੇ ਧੱਕੇ ਨਾ ਖਾਣੇ ਪੈਣ, ਸੁਵਿਧਾ ਸੈਂਟਰ 100 ਮੀਟਰ ਦੇ ਵਿੱਚ ਖੁੱਲ੍ਹੇ ਹੋਣ, ਲੋਕੀ ਉੱਥੇ ਕੰਮ ਕਰਾਉਣ। ਇਹਦੇ ਤਾਂ ਹਿੰਗ ਨਾ ਫਟਕੜੀ। ਸੁਵਿਧਾ ਸੈਂਟਰ ਗਵਰਨਮੈਂਟ ਆਫ ਇੰਡੀਆ ਦੇ ਹੈ। 10+2 ਬੱਚੇ ਨੂੰ ਇੱਕ ਨੂੰ ਨੌਕਰੀ ਮਿਲ ਗਈ, ਉਹਨੂੰ ਕਮਿਸ਼ਨ ਮਿਲਦੀ ਹੈ, ਇਹਨਾਂ ਨੂੰ ਕਮਿਸ਼ਨ ਮਿਲਦੀ ਹੈ, ਵਿੱਚੋਂ ਜਿਹੜਾ ਘਰ ਚਲਾਉਂਦੇ ਆ, ਜਿਹੜਾ ਕਹਿੰਦੇ ਆ ਮੈਂ ਚਰਬੀ ਦਾ ਦੀਵਾ ਚਲਾਨਾ ਹੈ। ਚਰਬੀ ਤਾਂ ਤੁਸੀਂ ਲੋਕਾਂ ਦੀ ਖੋਰ ਖਾ ਗਏ। ਤੁਸੀਂ ਮੈਂ ਦੱਸੂ ਕਿਹੜੀ ਚਰਬੀ ਤੁਸੀਂ ਖੋਰ ਖਾਧੀ ਹੈ, ਮੈਂ ਉਹ ਵੀ ਦੱਸੂਗਾ। ਫਿਰ ਮੁੱਦੇ ਦੂਜੇ ਹੈ, ਉਹ ਜਿਹੜੇ ਗਵਰਨਮੈਂਟ ਤੋਂ ਪਲਾਨ ਕਰਕੇ ਕਰਾਣੇ ਆ, ਜਿਹੜੇ ਮੈਂ ਤੁਹਾਨੂੰ ਦੱਸ ਚੁੱਕਾ SGPC ਤੋਂ ਕਰਾਣੇ ਆ, ਉਹ ਮੈਂ ਕਰਵਾਊਂਗਾ, ਰਾਖੀ ਦਊਂਗਾ, ਤੁਹਾਨੂੰ ਕਰਵਾ ਕੇ ਦਿਖਾਊਂਗਾ। ਇਹ ਸਨ ਹਰੀਸ਼ ਰਾਜ ਟਾਂਡਾ ਜੀ, ਜਿਹੜੇ ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਨੇ। ਇਹਨਾਂ ਨੇ ਕਹਿਣਾ ਕਿ ਜਿਹੜਾ ਇਲਾਕੇ ਦਾ ਵਿਧਾਇਕ, ਜਿਹੜੇ ਮੌਜੂਦਾ ਵਿਧਾਇਕ ਨੇ, ਉਹਨਾਂ ਨੇ ਵਿਕਾਸ ਦੇ ਨਾਮ ਤੇ ਇੱਥੇ ਕੁਝ ਵੀ ਨਹੀਂ ਕੀਤਾ ਹੋਇਆ। ਟੋਟਲ ਸੜਕਾਂ ਦਾ ਬੁਰਾ ਹਾਲ ਹੈ, ਸੀਵਰੇਜ ਪ੍ਰਣਾਲੀ ਵਿਵਸਥਾ ਬੁਰੀ ਹੈ, ਉਹ ਨਸ਼ੇ ਦਾ ਚਿੱਟੇ ਦਾ ਉੱਥੇ ਵਪਾਰ ਹੋ ਰਿਹਾ ਡਟ ਕੇ। ਅਤੇ ਇਹ ਕਹਿੰਦੇ ਨੇ ਜੇ ਇਹਨਾਂ ਨੂੰ ਲੋਕ ਜਿਤਾ ਕੇ ਭੇਜਦੇ ਨੇ
ਆਪਣੇ ਵੱਲੋਂ ਜਿੰਨੇ ਵੀ ਇਹ ਕਰ ਸਕਦੇ ਜਿਹੜੇ ਇਲਾਕੇ ਦਾ ਵਿਕਾਸ ਕਰ ਸਕਦੇ ਹੋਣਗੇ ਉਹ ਕਰਨਗੇ। ਹੋਰ ਵੀ ਮੁੱਦੇ ਕਈ ਇਹਨਾਂ ਨੇ ਦੱਸੇ ਨੇ ਵੀ ਜਿਹੜੇ ਇਹ ਆਪਣੇ ਪੂਰਾ ਆਪਣਾ ਯੋਗਦਾਨ ਦੇ ਕੇ ਹੱਲ ਉਹਨਾਂ ਨੂੰ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਲੁਧਿਆਣਾ ਤੋਂ ਕੈਮਰਾ ਪਰਸਨ ਬੋਵੀ ਨੰਦਾ ਦੇ ਨਾਲ ਹਰਸ਼ ਕੁਮਾਰ, ਖਬਰ ਦਿਨਵਰ।